पातशाह की कृपा का सदका सवेर दे दीवान विच सिद्ध गोष्ठ बाणी दियां 39 पौड़ियां तक असी विचार की सी। अगली पौड़ी जिसका पाठ दास करेगा तुसी सुनोगे। मैं जदों विचार की तो आश्चर्य हो गई भी पाठ ही कर जाना काफ़ी नहीं, ये बहुत कुछ लुकिया पे। गुरु नानक पातशाह फरमांदे ने, जोगियो गुरमुख सेत बांध्यो सेत विधाते, गुरमुख बांध्यो सेत विधाते, लंका लूटी दैंत संतापे, रामचंद मारियो एह रावण, भेद पबीखण गुरमुख परचायन, गुरमुख सायर पाहन तारे, गुरमुख कोट 33 उधारे। हुण पाठ ते कर गया, कुछ कुछ अखरी अर्थ भी समझ आ गए। लंका भी असी जानते हाँ, रावण का नाम भी सुनिया है, श्री रामचंद्र जी का नाम भी सुनिया, पर इत्थे दा की मतलब है। गुरु नानक पातशाह जी फरमांदे ने, गुरमुख बांध्यो सेत विधाते। सेत कहते ने पुल नूं। पुल की काम करता, उहदे राही असी आर पार जा सकते। नदी तो दरिया तो पार होना होवे तां पुल की लोड़ पैंदी। विधाता शब्द जिहड़ा है वो वाहिगुरू अकाल पुरख लई, ते विधाता दे तत्ते नूं दो लावां हो गई। विधाते ने ये जिहड़े गुरमुख बनाए ने, ये मानो संसार समुंदर तो पार उतरन लई पुल बनाए ने। उन्हां दे जीवन वल वेख के, उन्हां दी करनी वल वेख के, उन्हां दे कीते होए कम्मां वल वेख के, उन्हां दी सहज अवस्था देख के आम बंदियां नूं भी प्रेरणा मिलदी। शैल लगन दे पार गोरी मन धीरिया। छैल का मतलब है वो सोहणे बंदे जिन्हां दी करनी बड़ी खूबसूरत है। जदों संसार समुद्र तो पार उतरते देखे तो इस जीव इस्त्री रूपी कमज़ोर इस्त्री का मन धीरज विच आया। जे मैं इन्हां दे नक्शे कदम ते चलां तो मैं भी इस संसार समुद्र तो पार उतर जा। फिर ध्यान दिओ, गुरमुख बांध्यो सेत विधाता। आ रोज़ बच्चियां पढ़दियां ना, डिठे सभे थाम नहीं तुझ जे, बद्ध हो पुरख विधाता तां तू सोया। उत्थे विधाता का मतलब है वाहिगुरू अकाल पुरख ने, हे अमृतसर तेरा मुढ़ आप बने, इसलिए तू इतना सुंदर है, सोहना। रोज ये शब्द पढ़ते। वसदी सगन अपार अनूप रामदासपुर। तेरी वसों बहुत संघनी, हे रामदासपुर तेरी उपमा होर किसी नाल कीती नहीं जा सकती। मैं सिर्फ दस रहा कि विधाता का की अर्थ, विधाते ने वाहिगुरू अकाल पुरख ने। मैं एक सत्संग घर विचों लंघ रहा सी, बहुत पुरानी बात है। मैं उत्थे दो पंक्तियां पढ़ियां, लिखिया सी कि आग लगी आकाश को चढ़ चढ़ पैण अंगियार, संत न होते जगत में जल मरता संसार। जे गुरमुख ना होण
ਜਿਹੜੇ ਗੁਰੂ ਦੀ ਦੱਸੀ ਕਰਨੀ ਦੇ ਧਾਰਨੀ ਹੁੰਦੇ ਹਨ, ਜਿਨ੍ਹਾਂ ਦੀ ਮਹਿਮਾ ਤੁਸੀਂ ਸੁਣ ਚੁੱਕੇ ਹੋ, ਉਹ ਸਾਡੇ ਵਰਗੇ ਕਲਯੁਗੀ ਜੀਵਾਂ ਲਈ ਪੁੱਲ ਹਨ। ਪੁੱਲ ਅਸੀਂ ਆਪ ਤੇ ਤਰ ਨਹੀਂ ਸਕਦੇ, ਪਰ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਦੱਸੇ ਰਾਹ 'ਤੇ ਚੱਲ ਕੇ ਅਸੀਂ ਵੀ ਤਰ ਸਕਦੇ। ਇਵੇਂ ਹੀ ਜਿਵੇਂ ਲੰਕਾ ਲੂਟੀ, ਦੈਂਤ ਸੰਤਾਪੇ, ਇਹ ਤ੍ਰੇਤੇ ਯੁੱਗ ਦੀ ਕਹਾਣੀ ਤੁਹਾਨੂੰ ਸਭ ਨੂੰ ਯਾਦ ਆ ਜਾਏਗੀ ਕਿ ਜਿਵੇਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨੂੰ ਜਿੱਤਣ ਵਾਸਤੇ ਰਾਵਣ ਅਤੇ ਉਸਦੇ ਸਾਥੀ ਦੈਂਤਾਂ ਨੂੰ ਸੰਤਾਪੇ, ਦੁੱਖ ਦੇਣ ਵਾਸਤੇ, ਇਹ ਕਥਾ ਹੈ, ਤੁਸੀਂ ਸਭ ਜਾਣਦੇ। ਹੁਣ ਇੱਥੇ ਕਿਹੜੀ ਲੰਕਾ ਹੈ, ਇੱਥੇ ਕਿਹੜੇ ਦੈਂਤ ਨੇ? ਇਹ ਸਾਡਾ ਸਰੀਰ ਹੀ ਲੰਕਾ ਹੈ। ਇਹਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਦੈਂਤ ਨੇ, ਉਹਨਾਂ ਨੂੰ ਕਾਬੂ ਕਰਨ ਵਾਸਤੇ, ਮਾਰਨ ਵਾਸਤੇ ਵਾਹਿਗੁਰੂ ਅਕਾਲ ਪੁਰਖ ਨੇ ਇਹ ਗੁਰਮੁਖ ਰੂਪੀ ਪੁਲ ਬਣਾਏ ਨੇ। ਮੈਂ ਇਸ ਲਈ ਸਵੇਰੇ ਇਸ ਪੌੜੀ ਦੀ ਵਿਚਾਰ ਸ਼ੁਰੂ ਨਹੀਂ ਸੀ ਕੀਤੀ, ਕਿਉਂਕਿ ਸਮਾਂ ਲੱਗਣਾ ਸੀ। ਫਿਰ ਧਿਆਨ ਦਿਓ, ਗੁਰਮੁਖ ਬਾਂਧਿਓ ਸੇਤ ਵਿਧਾਤੈ, ਗੁਰਮੁਖ ਬਾਂਧਿਓ ਸੇਤ ਵਿਧਾਤੈ। ਵਿਧਾਤੇ ਨੇ ਗੁਰਮੁਖਾਂ ਰੂਪੀ ਪੁਲ ਬਣਾਇਆ। ਜਿਹਨੂੰ ਤਰਨਾ ਨਹੀਂ ਆਉਂਦਾ, ਉਹ ਪੁਲ ਦਾ ਆਸਰਾ ਲੈ ਲੈਂਦਾ। ਰੋਜ਼ ਅਸੀਂ ਬਾਣੀ 'ਚ ਪੜ੍ਹਦੇ ਹਾਂ, ਜਿਉਂ ਮੰਦਰ ਕੋ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉਂ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਗੁਰਮੁਖ ਬਾਂਧਿਓ ਸੇਤ ਵਿਧਾਤੈ। ਵਾਹਿਗੁਰੂ ਅਕਾਲ ਪੁਰਖ ਨੇ ਆਪ ਹੀ ਕਿਰਪਾ ਕਰਕੇ ਗੁਰਮੁਖਾਂ ਰੂਪੀ ਸੇਤ ਪੁਲ ਬਣਾਇਆ, ਤਾਂ ਜੋ ਅਸੀਂ ਜਿਹੜੇ ਜੀਵ ਤਰ ਨਹੀਂ ਸਕਦੇ, ਸਾਨੂੰ ਤਰਨਾ ਨਹੀਂ ਆਉਂਦਾ, ਅਸੀਂ ਉਹਨਾਂ ਗੁਰਮੁਖਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਇਵੇਂ ਹੀ ਆਪਣੇ ਸਰੀਰ ਰੂਪੀ ਲੰਕਾ ਨੂੰ ਜਿੱਤ ਸਕੇ, ਫਤਿਹ ਪਾ ਲਈ। ਅਤੇ ਇਹਦੇ ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੈਂਤ ਨੇ, ਜਿਹੜੇ ਸਾਨੂੰ ਰੋਜ਼ ਲੁੱਟਦੇ ਨੇ। ਜਿੰਨੀ ਕੁ ਅਸੀਂ ਕਮਾਈ ਕਰਦੇ ਹਾਂ, ਸਭ ਕੁਝ ਲੁੱਟ ਕੇ ਲੈ ਜਾਂਦੇ। ਪਾਤਸ਼ਾਹ ਨੇ ਕਿਹਾ, ਅਵਰ ਪੰਚ ਹਮ ਏਕ ਜਨਾ, ਅਵਰ ਪੰਚ ਹਮ ਏਕ ਜਨਾ। ਮਾਰੈ ਲੂਟੈ ਨੀਤ ਨੀਤ, ਮਾਰੈ ਲੂਟੈ ਨੀਤ ਨੀਤ। ਕਿਉਂ ਰਾਖੋਂ ਘਰ ਬਾਰ ਮਨਾ, ਕਿਉਂ ਰਾਖੋਂ ਘਰ ਬਾਰ ਮਨਾ। ਇਹ ਸਾਡਾ ਘਰ ਬਾਰ ਜਿਹੜਾ ਰੋਜ਼ ਲੁੱਟਿਆ ਜਾਂਦਾ। ਅੰਮ੍ਰਿਤ ਵੇਲੇ ਵੀ ਉੱਠਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ, ਫਿਰ ਵੀ ਲੁੱਟਿਆ ਜਾਂਦਾ। ਬੜਾ ਸੁੰਦਰ ਭਗਤ ਕਬੀਰ ਜੀ ਨੇ ਇਹਦੇ ਉੱਤੇ ਇੱਕ ਸ਼ਬਦ ਲਿਖਿਆ, ਕਹਿੰਦੇ ਨੇ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ। ਇਹ ਸਰੀਰਕ ਕਿਲਾ ਹੈ। ਕੋਟ ਮਨਾ ਕਿਲਾ। ਗੁਰਬਾਣੀ ਵਿੱਚ ਕੋਟ ਅੱਖਰ 3 ਰੂਪਾਂ ਵਿੱਚ ਆਉਂਦਾ ਹੈ। ਜੇ ਕੱਕੇ ਨੂੰ ਕੋ, ਹੋੜਾ, ਟੈਂਕੇ ਨੂੰ ਔਂਕੜ ਹੋਵੇ ਤੇ ਕੋਟ ਕਿਲਾ। ਜੇ ਕੋਟ ਦੇ ਟੈਂਕੇ ਦਾ ਔਂਕੜ ਹਟ ਜਾਏ ਤੇ ਬਹੁਤੇ ਕਿਲੇ, ਪਲੂਰਲ, ਬਹੁਵਚਨ,
ਤੇ ਜੇ ਕੋਟ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਵੇ ਤੇ ਕਰੋੜ। ਇੱਥੇ ਸਰੀਰ ਰੂਪੀ ਕਿਲਾ ਇੱਕ ਹੈ। ਏਕ ਕੋਟ ਪੰਜ ਸਿਕਦਾਰਾ, ਇਹਦੇ ਵਿੱਚ ਪੰਜ ਚੌਧਰੀ ਸਰਦਾਰ ਬਣੇ ਹੋਏ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਚੇ ਮੰਗੈ ਹਾਲਾ। ਪੰਜੇ ਹੀ ਆਪਣਾ ਆਪਣਾ ਮਾਮਲਾ ਮੰਗਦੇ ਹਨ। ਕਾਮ ਕਹਿੰਦਾ ਮੇਰੇ ਆਖੇ ਲੱਗ, ਕ੍ਰੋਧ ਕਹਿੰਦਾ ਮੇਰੇ ਆਖੇ ਲੱਗ, ਲੋਭ ਕਹਿੰਦਾ ਮੇਰੇ ਆਖੇ ਲੱਗ। पंचे मांगे हाला, ज़मीन आई मैं किसी की बोई, ऐसा देन दुखाला। हाला कहते ने मामले नूं, टैक्स नूं। आ सरकारां टैक्स लैंदियां ने, महकमे टैक्स लैंदे। ये पंजे मेरे कोलों टैक्स मंगदे। पर ज़मीन आई मैं किसी की बोई, ऐसा देन दुखाला। ਜਦੋਂ ਕੋਈ ਚਾਰਾ ਨਹੀਂ ਚੱਲਦਾ, ਮੈਨੂੰ ਇਹ ਤੰਗ ਕਰਦੇ ਨੇ, ਮੈਂ ਹਾਰ ਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਮੈਂ ਅਰਦਾਸ ਕੀਤੀ। ਭਗਤ ਕਬੀਰ ਜੀ ਕਹਿ ਰਹੇ ਨੇ, ਇਹਨੂੰ ਜ਼ਰਾ ਆਪਣੇ 'ਤੇ ਟੁਕਾ ਕੇ ਦੇਖੋਗੇ ਫਟ ਸਮਝ ਆ ਜਾਏ। ਏਕ ਕੋਟ ਪੰਜ ਸਿਕਦਾਰਾ, ਪੰਚੇ ਮੰਗੈ ਹਾਲਾ। ज़मीन आई मैं किसी की बोई, ऐसा देन दुखाला। हर के लोगा, हुण हरि के लोग कौन हैं? जिहड़े गुरमुख हैं, जिहड़े नाम जपण वाले हैं, जिन्हां नूं असीं संत जन गुरु जन कहंदे। हर के लोगा मोह को नीत दसे पटवारी। महकमा माल विच ਇਹ ਸਾਰੇ ਅਹੁਦੇਦਾਰ ਹੁੰਦੇ ਨੇ। ਪਟਵਾਰੀ ਜਿਹੜਾ ਨਾ, ਉਹਦੇ ਹੱਥ ਵਿੱਚ ਜ਼ਿਮੀਂਦਾਰ ਦੀ ਜਾਨ ਹੁੰਦੀ। ਇਹ ਹੈ ਧਰਮ ਰਾਜਾ। ਇਹ ਰੋਜ਼ ਮੈਨੂੰ ਡੰਗ ਮਾਰਦਾ, ਇਹਦਾ ਡਰ ਮੈਨੂੰ ਬਹੁਤ ਹੀ ਤੰਗ ਕਰਦਾ। ਹਰ ਕੇ ਲੋਗਾ ਮੋਹ ਕੋ ਨੀਤ ਦਸੈ ਪਟਵਾਰੀ, ਊਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਪੁਰਾਣਾ ਤਰੀਕਾ ਸੀ, ਜਦੋਂ ਕੋਈ ਫਰਿਆਦੀ ਆਉਂਦਾ ਨਾ ਰਾਜੇ ਦੇ ਦਰਬਾਰ ਵਿੱਚ ਫਰਿਆਦ ਕਰਨ ਲਈ, ਉਹ ਫਿਰ ਆਪਣੀਆਂ ਬਾਹਾਂ ਉੱਪਰ ਖੜੀਆਂ ਕਰ ਲੈਂਦਾ। ਰਾਜਾ ਸਮਝ ਜਾਂਦਾ ਕਿ ਕੋਈ ਦੁਖੀ ਹੈ, ਇਹ ਕੋਈ ਫਰਿਆਦੀ। ਸਾਰੇ ਕੰਮ ਛੱਡ ਕੇ ਉਹਦੇ ਵੱਲ ਧਿਆਨ ਦਿੰਦਾ। ਦੱਸ ਵੀ ਕੀ ਤਕਲੀਫ? ਕਹਿੰਦੇ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਹੁ ਲਿਆ ਉਬਾਰੀ। ਗੁਰੂ ਨੇ ਆਖਿਆ ਦੱਸ ਕੀ ਤਕਲੀਫ ਹੈ ਤੈਨੂੰ? ਮੈਂ ਕਿਹਾ ਮਹਾਰਾਜ ਆਹ ਤਕਲੀਫ ਹੈ ਮੈਨੂੰ। ਏਕ ਕੋਟ ਪੰਜ ਸਿਕਦਾਰਾ, ਪੰਚੇ ਮੰਗੈ ਹਾਲਾ। ज़मीन आई मैं किसी की बोई, ऐसा देन दुखाला। हर के लोगा मोह को नीत दसे पटवारी, ऊपर भुजा कर मैं गुर पै पुकारिया, तिन्हों लिया उबारी। ਉਹਨੇ ਬਚਾ ਲਿਆ। ਆਖਿਆ ਦੱਸ ਕੀ ਤਕਲੀਫ ਹੈ? ਮੈਂ ਕਿਹਾ ਮਹਾਰਾਜ ਮੇਰੀ ਇਹ ਹਾਲਤ ਹੈ। ਇੱਕ ਮੇਰਾ ਕਿਲਾ ਹੈ ਸਰੀਰ, ਇਹਦੇ 'ਚ ਪੰਜ ਸਰਦਾਰ ਨੇ, ਔਰ ਇਹ ਮੈਨੂੰ ਹਰ ਵੇਲੇ ਦੁਖੀ ਕਰਦੇ। ਧਰਮ ਰਾਜੇ ਦਾ ਡੰਡਾ ਮੇਰੇ ਸਿਰ 'ਤੇ। ਮੈਨੂੰ ਕੋਈ ਜਾਚ ਦੱਸੋ ਮੈਂ ਕਿਵੇਂ ਬਚਾਂ। 9 ਡਾਂਡੀ 10 ਮੁਨਸਬ ਧਾਵੇਂ, ਰਈਅਤ ਬਸਨ ਨ ਦੇਹੀ। ਇਹ ਜਿਹੜੀਆਂ 9 ਗੋਲਕਾਂ ਹਨ, 2 ਅੱਖਾਂ ਦੀਆਂ ਮੋਰੀਆਂ, 2 ਨੱਕ ਦੀਆਂ ਮੋਰੀਆਂ, 2 ਕੰਨਾਂ ਦੀਆਂ ਮੋਰੀਆਂ, 1 ਮੂੰਹ ਦੀ ਮੋਰੀ ਅਤੇ ਲਿੰਗ ਗੁਦਾ। ਇਹ 9 ਦਰਵਾਜ਼ੇ। ਡਾਂਡੀ ਕਹਿੰਦੇ ਨੇ ਜਿਹੜੇ ਡੰਡੇ ਨਾਲ ਮਿਣਤੀ ਕਰਨ ਵਾਲੇ ਹੋਣ। 10 ਮੁਨਸਬ ਧਾਵੇਂ, ਇਹ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਨੇ, ਇਹ ਮੁਨਸਬ ਬਣੇ ਹੋਏ ਨੇ। ਇਹ ਸਾਰਾ ਮਹਿਕਮਾ ਹੀ ਇਕੱਠਾ ਹੋ ਗਿਆ। ਰਈਅਤ ਬਸਨ ਨ ਦੇਹੀ। ਮੇਰੇ ਸਰੀਰ ਰੂਪੀ ਕਿਲੇ ਵਿੱਚ ਇਹ ਸ਼ੁਭ ਗੁਣਾਂ ਦੀ ਪ੍ਰਜਾ ਨੂੰ ਆਬਾਦ ਹੀ ਨਹੀਂ ਹੋਣ ਦਿੰਦੇ। ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸਟਾਲਾ ਲੇਹੀ। ਇਹ ਮੇਰੇ ਕੋਲੋਂ ਰਿਸ਼ਵਤ ਮੰਗਦੇ। ਇਹ ਡੋਰੀ ਵੀ ਪੂਰੀ ਨਹੀਂ ਮਾਪਦੇ, ਇਹ ਹਿਸਾਬ ਕਿਤਾਬ ਵੀ ਪੂਰਾ ਨਹੀਂ ਕਰਦਾ। ਦੱਸੋ ਮੈਂ ਹੁਣ ਕੀ ਕਰਾਂ? ਫਿਰ ਗੁਰੂ ਨੇ ਆਖਿਆ ਕੋਈ ਗੱਲ ਨਹੀਂ, ਘਬਰਾ ਨਾ,
72 ਘਰ ਇੱਕ ਪੁਰਖ ਸਮਾਇਆ। ਇਸ ਸਰੀਰ ਦੇ ਅੰਦਰ 72 ਕੋਠੜੀਆਂ ਨੇ। ਉਹਨਾਂ ਕੋਠੜੀਆਂ ਵਿੱਚ ਹਿਰਦਾ ਹੈ। ਹਿਰਦੇ ਵਿੱਚ ਪਰਮਾਤਮਾ ਦੀ ਜੋਤ ਹੈ। 72 ਘਰ ਇੱਕ ਪੁਰਖ ਸਮਾਇਆ, ਉਹਨੂੰ ਦੀਆ ਨਾਮ ਲਿਖਾਈ। ਗੁਰੂ ਨੇ ਆਖਿਆ ਤੂੰ ਉਹਦੇ ਨਾਲ ਸੰਬੰਧ ਜੋੜ ਲੈ। ਉਹਨੂੰ ਦੀਆ ਨਾਮ ਲਿਖਾਈ। ਉਹਦੇ ਅੱਗੇ ਜਾ ਕੇ ਤੂੰ ਫਰਿਆਦ ਕਰ, ਫਿਰ ਕੀ ਹੋਵੇਗਾ? ਧਰਮ ਰਾਏ ਕਾ ਦਫਤਰ ਸੋਧਿਆ, ਬਾਕੀ ਰਿਜ਼ਮ ਨ ਕਾਈ। ਜਦੋਂ ਮੈਂ ਪਰਮਾਤਮਾ ਦੇ ਪੇਸ਼ ਹੋ ਗਿਆ, ਉਹਦੇ ਨਾਲ ਮੇਰਾ ਸੰਬੰਧ ਜੁੜ ਗਿਆ। ਹੋਰ ਸੌਖਾ ਕਰ ਦਈਏ, ਕਿਸੇ ਥਾਣੇ ਦੇ ਥਾਣੇਦਾਰ ਨਾਲ ਕਿਸੇ ਦੀ ਮਿੱਤਰਤਾ ਹੋਵੇ ਨਾ, ਅਤੇ ਉਹਨੂੰ ਥਾਣੇ ਜਾਣ ਲੱਗਿਆ ਕੋਈ ਸਿਪਾਹੀ ਸੰਤਰੀ ਰੋਕਦਾ ਨਹੀਂ। ਉਹਨਾਂ ਨੂੰ ਪਤਾ ਵੀ ਇਹਦਾ ਸੰਬੰਧ ਥਾਣੇਦਾਰ ਨਾਲ ਹੈ। ਭਾਈ ਜਦੋਂ ਵਾਹਿਗੁਰੂ ਅਕਾਲ ਪੁਰਖ ਨਾਲ ਸੰਬੰਧ ਜੁੜ ਜਾਏ, ਫਿਰ ਧਰਮ ਰਾਏ ਕਾ ਦਫਤਰ ਸੋਧਿਆ, ਬਾਕੀ ਰਿਜ਼ਮ ਨ ਕਾਈ। ਫਿਰ ਭਗਤ ਜੀ ਕਹਿੰਦੇ ਨੇ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਵੇਕੋ। ਇਹ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਤੁਸੀਂ ਗੁਰਮੁਖ ਕਹਿੰਦੇ ਹੋ, ਸੰਤ ਕਹਿੰਦੇ ਹੋ, ਮਹਾਂਪੁਰਸ਼ ਕਹਿੰਦੇ ਹੋ, ਕੁਛ ਵੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਇਹਨਾਂ ਦਾ ਸੰਸਾਰ ਵਿੱਚ ਆਉਣਾ ਅਤੇ ਭੇਜਣਾ ਇਹ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਵਰਗੇ ਕਲਯੁਗੀ ਜੀਵਾਂ ਲਈ ਮਾਨੋ ਪੁਲ ਬਣਾਇਆ ਹੈ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਗੁਰਮੁਖ ਬਾਂਧਿਓ ਸੇਤ ਵਿਧਾਤੈ। ਹਮੇਸ਼ਾ ਕਿਸੇ ਵੀ ਸ਼ਬਦ ਨੂੰ ਸਮਝਣਾ ਹੋਵੇ, ਪਹਿਲਾਂ ਉਹਦੇ ਅੱਖਰੀ ਅਰਥ ਸਮਝਣੇ ਪੈਂਦੇ, ਫਿਰ ਉਸ ਦੀ ਉਥਾਨਕਾ ਸਮਝਣੀ ਪੈਂਦੀ। ਜਦੋਂ ਸਮਝ ਆ ਜਾਏ ਫਿਰ ਮੈਂ ਅੱਜ ਵੀ ਪੜ੍ਹ ਰਿਹਾ ਸੀ, ਸਭ ਨੂੰ ਪਤਾ ਹੈ ਕਿ ਦੁੱਧ ਵਿੱਚ ਘਿਓ ਹੁੰਦਾ, ਪਰ ਦੁੱਧ ਵਿੱਚੋਂ ਘਿਓ ਜੇ ਪ੍ਰਾਪਤ ਕਰਨਾ ਹੋਵੇ ਤਾਂ ਕੀ ਕਰਨਾ ਪੈਂਦਾ? ਤੁਸੀਂ ਆਖੋਗੇ ਰਿੜਕਣਾ ਪਵੇ। ਰਿੜਕੇ ਤੋਂ ਬਿਨਾਂ ਤੇ ਨਹੀਂ ਨਿਕਲਦਾ। ਸਭ ਨੂੰ ਪਤਾ ਹੈ ਕਿ ਸਾਰੀ ਬਨਸਪਤੀ ਵਿੱਚ ਅੱਗ ਹੈ, ਪਰ ਅੱਗ ਪ੍ਰਗਟ ਕਿਵੇਂ ਹੋਵੇ? ਸਾਰਿਆਂ ਨੂੰ ਪਤਾ ਹੈ ਕਿ ਧਰਤੀ ਦੇ ਥੱਲੇ ਪਾਣੀ ਹੈ, ਪਰ ਪਾਣੀ ਪ੍ਰਗਟ ਕਿਵੇਂ ਹੋਵੇ? ਤੁਸੀਂ ਕਹੋਗੇ ਜੀ ਬੋਰ ਕਰਨਾ ਪਵੇ। ਬਸ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਦੇ ਅੰਦਰ ਗਿਆਨ ਤੇ ਭਰਪੂਰ ਹੈ, ਪਰ ਉਹ ਪ੍ਰਗਟ ਕਿਵੇਂ ਹੋਵੇਗਾ? ਜਦ ਉਹਦੀ ਵਿਚਾਰ ਕਰਾਂਗੇ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਜੋਗੀਓ, ਇਹ ਜਿਹੜੇ ਗੁਰਮੁਖ ਨੇ ਨਾ, ਇਹ ਇੱਕ ਪੁਲ ਹਨ, ਪੁਲ। ਔਰ ਇਹ ਵਿਧਾਤੇ ਨੇ, ਪਰਮੇਸ਼ਵਰ ਨੇ ਆਪ ਕਿਰਪਾ ਕਰਕੇ ਭੇਜੇ, ਤਾਂ ਜੋ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ, ਜਿਨ੍ਹਾਂ ਨੂੰ ਜੀਵਨ ਦੀ ਸਫਲਤਾ ਦਾ ਰਸਤਾ ਨਹੀਂ ਪਤਾ ਲੱਗਦਾ, ਇਸ ਪੁਲ ਦੇ ਰਾਹੀਂ ਤਰ ਜਾ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਗੁਰਮੁਖ ਬਾਂਧਿਓ ਸੇਤ ਵਿਧਾਤੈ। ਲੰਕਾ ਲੂਟੀ ਦੈਂਤ ਸੰਤਾਪੇ, ਲੰਕਾ ਲੂਟੀ ਦੈਂਤ ਸੰਤਾਪੇ। ਜਿਵੇਂ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਨੂੰ ਲੁੱਟਿਆ, ਭਾਵ ਸਾੜਿਆ, ਅਤੇ ਦੈਂਤ ਸੰਤਾਪੇ, ਦੈਂਤਾਂ ਨੂੰ ਦੁਖੀ ਕੀਤਾ, ਭਾਵ ਉੱਥੋਂ ਖਤਮ ਕੀਤਾ। ਇਸੇ ਤਰ੍ਹਾਂ ਸਾਡਾ ਇਹ ਸਰੀਰ ਰੂਪੀ ਜੋ ਲੰਕਾ ਹੈ, ਇਹਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਦੈਂਤ ਨੇ, ਇਹਨਾਂ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਜੇ ਗੁਰਮੁਖਾਂ ਦੀ ਸੰਗਤ ਕੀਤੀ। ਫਿਰ ਉਹਨੂੰ ਹੋਰ ਖੋਲ੍ਹਿਆ, ਆਖਿਆ ਰਾਮਚੰਦ ਮਾਰਿਓ ਇਹ ਰਾਵਣ। ਮੈਂ ਪਹਿਲਾਂ ਆਪਣੀ ਗਲਤੀ, ਕਮਜ਼ੋਰੀ ਮੰਨੀ ਕਿ ਪਤਾ ਨਹੀਂ ਕਿੰਨੀ ਵਾਰੀ ਪਾਠ ਕੀਤਾ, ਪਰ ਵਿਚਾਰ ਨਹੀਂ ਕੀਤਾ। ਅੱਜ ਸਮਝ ਆਈ। ਇੱਥੇ ਜਿਹੜਾ ਇਹ ਸ਼ਬਦ ਹੈ ਨਾ, ਆਇੜਾ ਹਾਏ ਨੂੰ ਹਿੱਸਿਆ ਨਹੀਂ,
ਇਹਦਾ ਮਤਲਬ ਹੈ ਸੱਪ। ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਦੇ ਅੰਦਰ ਵਸਦੇ ਰਾਵਣ ਨੂੰ ਮਾਰਿਆ, ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਇਹ ਸਰੀਰ ਰੂਪੀ ਲੰਕਾ ਦੇ ਅੰਦਰ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੈਂਤ ਨੇ ਔਰ ਰਾਵਣ ਵਰਗਾ ਮਨ ਰੂਪੀ ਰਾਵਣ ਸੱਪ, ਉਹਨਾਂ ਨੂੰ ਮਾਰ ਲਿਆ। ਭਾਵ ਕਾਮਯਾਬੀ ਹੋ ਗਈ, ਪਰ ਕਦੋਂ ਹੋਈ? ਜਦੋਂ ਗੁਰਮੁਖਾਂ ਦੀ ਸੰਗਤ ਕੀਤੀ। ਫਿਰ ਧਿਆਨ ਦਿਓ, ਗੁਰਮੁਖ ਬਾਂਧਿਓ ਸੇਤ ਵਿਧਾਤੈ, ਗੁਰਮੁਖ ਬਾਂਧਿਓ ਸੇਤ ਵਿਧਾਤੈ। लंका लूटी दैत संतापे, लंका लूटी दैत संतापे। रामचंद मार्यो एह रावण, रामचंद मार्यो एह रावण। ਹੁਣ ਇੱਥੇ ਰਾਮਚੰਦ ਦੇ ਦੱਦੇ ਨੂੰ ਸਿਆਰੀ ਹੈ, ਸਿਆਰੀ ਲੱਗਣ ਨਾਲ ਕੀ ਹੋਵੇਗਾ? ਰਾਮਚੰਦਰ ਜੀ ਨੇ ਮਾਰਿਓ ਇਹ ਰਾਵਣ, ਰਾਵਣ ਰੂਪੀ ਸੱਪ ਮਾਰ ਲਿਆ। ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਕਰਾਂਗੇ, ਫਿਰ ਜਿਹੜਾ ਸਾਡੀ ਇਹ ਸਰੀਰ ਰੂਪੀ ਲੰਕਾ ਵਿੱਚ ਮਨ ਰੂਪੀ ਰਾਵਣ ਹੈ ਨਾ, ਇਹਨੂੰ ਮਾਰ ਲਿਆ। ਭਾਵ ਇਹ ਵਸੀਕਰਨ ਕਰ ਲਿਆ, ਕਾਬੂ ਕਰ ਲਿਆ। ਪਰ ਸ਼ਾਇਦ ਰਾਮਚੰਦਰ ਜੀ ਲੰਕਾ ਨਾ ਜਿੱਤ ਸਕਦੇ ਜੇ ਉਹਨਾਂ ਨੂੰ ਭਵਿੱਖਣ ਭੇਦ ਨਾ ਦਿੰਦਾ। ਇਹ ਵੀ ਤੁਸੀਂ ਕਥਾ ਜਾਣਦੇ ਹੋ ਨਾ ਕਿ ਭਵਿੱਖਣ ਨੇ ਉਹਨਾਂ ਨੂੰ ਭੇਦ ਦਿੱਤਾ ਵੀ ਰਾਵਣ ਇਉਂ ਮਰੇਗਾ। ਇਹ ਜਿਹੜੇ ਗੁਰਮੁਖ ਨੇ ਇਹ ਸਾਨੂੰ ਭੇਦ ਦਿੰਦੇ ਨੇ, ਸਮਝਾਉਂਦੇ ਨੇ ਵੀ ਆਹ ਤਰੀਕਾ ਵਰਤੋ। ਭੇਦ ਭਵਿੱਖਣ ਗੁਰਮੁਖ ਪਰਚਾਏ, ਭੇਦ ਭਵਿੱਖਣ ਗੁਰਮੁਖ ਪਰਚਾਏ। ਹੁਣ ਦੇਖੋ ਪਾਤਰ ਤੇ ਬਣਾਉਣੇ ਪੈਣ। ਭਵਿੱਖਣ ਨੇ ਭੇਦ ਦਿੱਤਾ ਤੇ ਉਹਦੇ ਭੇਦ ਦੇਣ ਕਰਕੇ ਰਾਵਣ ਦੀ ਹੋਰ ਜਿੰਨੇ ਵੀ ਸਨ ਸਾਥੀ, ਮੇਘਨਾਥ ਦੂਜੇ ਤੀਜੇ ਸਭ ਖਤਮ ਹੋ ਗਏ। ਇਹ ਗੁਰਮੁਖਾਂ ਦੀ ਦੇਣ ਹੈ। ਗੁਰਮੁਖ ਪਰਚਾਇਨ, ਗੁਰੂ ਦੀ ਗੁਰਮੁਖਾਂ ਦੀ ਸੰਗਤ ਕਰਨ ਕਰਕੇ ਇਹ ਸਾਰੀਆਂ ਜੁਗਤੀਆਂ ਤਰੀਕੇ ਪਤਾ ਲੱਗ ਜਾਂਦੇ ਨੇ। ਆਖਿਆ ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਸਾਇਰ ਪਾਹਣ ਤਾਰੇ। ਹੁਣ ਸਾਇਰ ਕਹਿੰਦੇ ਨੇ ਸਮੁੰਦਰ ਨੂੰ, ਪਾਹਣ ਕਹਿੰਦੇ ਨੇ ਪੱਥਰਾਂ ਨੂੰ। ਗੁਰਮੁਖ ਸਾਇਰ ਪਾਹਣ ਤਾਰੇ ਕਹਿੰਦੇ ਨੇ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਜੀ ਨੂੰ ਲਿਆਉਣ ਵਾਸਤੇ, ਲੰਕਾ ਨੂੰ ਜਿੱਤਣ ਵਾਸਤੇ ਸਮੁੰਦਰ ਦੇ ਉੱਤੇ ਇੱਕ ਪੱਥਰਾਂ ਦਾ ਪੁਲ ਬਣ ਦਿੱਤਾ, ਪੱਥਰ ਤਾਰ ਦਿੱਤੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਪੱਥਰ ਵਰਗੇ ਜਿਹੜੇ ਮਨੁੱਖਾਂ ਦੇ ਦਿਲ ਨੇ ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ। ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸਾਂ, ਪਸ਼ੂ ਤਰ ਗਏ ਪ੍ਰੇਤ ਤਰ ਜਾਣਗੇ, ਬਾਬਾ ਤੇਰੀ ਬਾਣੀ ਸੁਣ ਕੇ। ਭਾਈ ਗੁਰਮੁਖਾਂ ਦੇ ਬਚਨ ਸੁਣ ਕੇ, ਗੁਰਮੁਖਾਂ ਦੇ ਦੱਸੇ ਰਾਹ 'ਤੇ ਚੱਲ ਕੇ, ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਵਿੱਚ ਪੱਥਰ ਤਾਰ ਦਿੱਤੇ, ਇਸ ਤਰ੍ਹਾਂ ਪੱਥਰ ਦਿਲਾਂ ਨੂੰ ਤਾਰ ਦਿੱਤਾ। ਪੱਥਰ ਕੌਣ ਹੁੰਦਾ? ਜਿਹਦੇ 'ਤੇ ਕੋਈ ਅਸਰ ਨਾ ਹੋਵੇ। ਸੱਚ ਜਾਣੋ, ਜਿਹੜਾ ਗੁਰੂ ਦੀ ਸੰਗਤ ਵਿੱਚ ਨਿਤਾ ਪ੍ਰਤੀ ਆਉਣ ਲੱਗ ਪਵੇ, ਜਿਹੜਾ ਗੁਰਬਾਣੀ ਦੀ ਵਿਚਾਰ ਸੁਣ ਕੇ ਸਮਝਣ ਲੱਗ ਪਵੇ, ਉਹਦਾ ਪੱਥਰ ਵਰਗਾ ਦਿਲ ਮਨ ਕੋਮਲ ਹੋ ਜਾਂਦਾ, ਉਹਦੇ ਵਿੱਚ ਨਿਮਰਤਾ ਆ ਜਾਂਦੀ, ਉਹਦਾ ਅਹੰਕਾਰ ਮੁੱਕ ਜਾਂਦਾ। ਇਸੇ ਲਈ ਗੁਰੂ ਪਾਤਸ਼ਾਹ ਨੇ ਸਾਨੂੰ
ਸੰਗਤ ਕਰਨ ਦੀ ਬੜੀ ਪ੍ਰੇਰਨਾ ਕੀਤੀ। ਇਹ ਗੁਰਦੁਆਰੇ ਬਣਾਉਣ ਦਾ ਮਕਸਦ ਹੀ ਇਹ ਹੈ, ਇੱਥੇ ਨਿਤਾ ਪ੍ਰਤੀ ਆਓ, ਸੰਗਤ ਕਰੋ। ਫਿਰ ਤੁਸੀਂ ਰੋਜ਼ ਪੜ੍ਹਦੇ ਹੋ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਤੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ, ਸੂਕੇ ਕਾਸ਼ਟ ਹਰਿਆ। ਜਿਨ੍ਹਾਂ ਦੇ ਮਨ ਸੁੱਕੀ ਲੱਕੜ ਵਰਗੇ ਸਨ, ਜੇ ਉਹ ਵੀ ਗੁਰੂ ਕੀ ਸੰਗਤ ਵਿੱਚ ਆਉਣ ਲੱਗ ਪਏ, ਉਹ ਹਰੇ ਭਰੇ ਹੋ ਜਾਣ, ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆ ਜਾਏ। ਭੱਟ ਸਾਹਿਬਾਨ ਆਪ ਲਿਖਦੇ ਨੇ, ਰਹੋ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ, ਮੁਖ ਹੋਏ ਪੰਡਿਤ ਮਿੱਠੇ। बरस एक हों फिरो, किनैनो परचो लायो, कहते हैं कहती सुनी, रहत को खुशी न आयो। हर नाम छोड़ दूजे लगे, तिनके गुण हो क्या कहूँ, गुरधई मिलायो भिखिया, जिव तू रखें तिव रहूँ। आख्या जेड़े गुरु की संगत आ जाते फिर कचों कंचन भयो, शब्द गुर श्रवणै सुनियो, बिखते अमृत होयो, नाम सतगुर मुख भणियो। लोहो होयो लाल, नदर सतगुर जद धारै, पाहण माणक करे, ज्ञान गुर कहो विचारे। काठों श्री खंड, काठ कहते ने आम लकड़ नूं जिहड़ी चुल्हिਆਂ ਵਿੱਚ ਬਾਲੀ ਜਾਂਦੀ ਹੈ। ਸ੍ਰੀ ਖੰਡ ਕਹਿੰਦੇ ਨੇ ਚੰਦਨ ਨੂੰ। ਚੰਦਨ ਨਾ ਤੇ ਆਮ ਟਾਲਾਂ 'ਤੇ ਵਿਕਦਾ ਅਤੇ ਨਾ ਅੱਗ ਵਿੱਚ ਫੂਕਿਆ ਜਾਂਦਾ, ਕਿਉਂਕਿ ਉਹਦੇ 'ਚ ਗੁਣ ਹੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ।